नमस्कार दोस्तों, मैं शुभ चोपड़ा। आप देख रहे हैं सिटी हलचल। यूपी के लखीमपुर खीरी घटना को लेकर आज भारतीय किसान यूनियन दोअबा और आम आदमी पार्टी के कार्यकर्ताओं द्वारा नंगल में कैंडल मार्च निकालते हुए केंद्र में यूपी सरकार के खिलाफ जमकर नारेबाजी की। नंगल बस स्टैंड से शुरू हुआ ये कैंडल मार्च नंगल की अड्डा मार्केट होते हुए वापस बस स्टैंड के निकट जाकर संपन्न हुआ। इस मौके पर भारतीय किसान यूनियन दोअबा के नेता रुपिंदर सिंह संधोआ और आप नेता संजीव गौतम ने कहा कि कृषि बिलों के विरोध कर रहे किसान जब विरोध प्रदर्शन कर वापस अपने घरों को जा रहे थे तो भाजपा के केंद्रीय मंत्री के बेटे ने किसानों पर पीछे से अपनी गाड़ी चढ़ा दी, जिससे 4 किसानों की दर्दनाक मौत हुई थी। इन नेताओं ने कहा कि इसी के विरोध में आज कैंडल मार्च निकाला जा रहा है। इन नेताओं ने केंद्र और यूपी सरकार को चेतावनी देते हुए कहा कि जब तक तीनों कृषि बिल वापस नहीं हो जाते तब तक वह चैन से नहीं रहेंगे। इसके लिए चाहे उन्हें कोई भी कीमत क्यों न उठानी पड़े। किसानों को इंसाफ दो, इंसाफ दो, इंसाफ दो। पहले सुने क्या कहा भारतीय किसान यूनियन दोअबा के नेता रुपिंदर सिंह संधोआ ने। ਇਹ ਮਾਰਚ ਲਖੀਮਪੁਰ ਯੂਪੀ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਸਮੁੱਚੀ ਟੀਮ ਵੱਲੋਂ ਤੇ ਇਲਾਕੇ ਦੇ ਜਿਹੜੇ ਆ ਕਿਸਾਨ ਉਹਨਾਂ ਵੱਲੋਂ ਇਹ ਸਾਂਝਾ ਜਿਹੜਾ ਸਮਰਪਿਤ ਕੈਂਡਲ ਮਾਰਚ ਕੀਤਾ ਜਾ ਰਿਹਾ। ਅਸੀਂ ਸਮਝਦੇ ਹਾਂ ਕਿ ਸਮੇਂ ਦੇ ਦੌਰ ਬਦਲਣ ਦੇ ਨਾਲ ਜ਼ੁਲਮ ਦੇ ਜਿਹੜੇ ਢੰਗ ਬਦਲਨੇ ਨੇ। ਕਿਸੇ ਟਾਈਮ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ ਗਿਆ, ਅੱਜ ਟਾਇਰਾਂ ਦੇ ਨੀਚੇ ਰੋਂਦ ਕੇ ਮਾਰਿਆ ਗਿਆ ਕਿਸਾਨਾਂ ਨੂੰ। ਇਸ ਕਰਕੇ ਸਮਾਂ ਬਦਲਿਆ ਤੇ ਚਿਹਰੇ ਬਦਲੇ, ਸਰਕਾਰਾਂ ਬਦਲੀਆਂ, ਲੇਕਿਨ ਨੀਤੀਆਂ ਉਹੀ ਨੇ। ਗਰੀਬ ਮਜਲੂਮਾਂ ਨੂੰ ਦਰੜਨ ਦੀਆਂ, ਮਾਰਨ ਦੀਆਂ, ਗਰੀਬ ਤਬਕੇ ਨੂੰ ਦਬਾਉਣ ਦੀਆਂ। ਇੱਥੇ ਮੈਂ ਸਮਝਦਾ, ਮੈਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ ਬੀਜੇਪੀ ਦੀ। ਬੀਜੇਪੀ ਇੱਕ ਕਾਤਲ ਸਰਕਾਰ ਹੈ, ਇੱਕ ਦੰਗਾ ਸਪੈਸ਼ਲਿਸਟ ਸਰਕਾਰ ਹੈ, ਜਿਸ ਨੇ ਸਮੇਂ-ਸਮੇਂ ਤੇ ਆਪਣੇ ਜਿਹੜੇ ਹਿੱਤਾਂ ਨੂੰ ਪੂਰਤੀ ਦੇ ਲਈ ਗਰੀਬ ਲੋਕਾਂ ਦੇ ਵਿੱਚ ਪਾੜਾ ਪਾਇਆ। ਜਾਤ ਪਾਤ ਧਰਮ ਦੇ ਜਿਹੜੇ ਪੱਤੇ ਸਮੇਂ-ਸਮੇਂ ਤੇ ਸਿਰ ਖੇਡਦੀ ਰਹੀ ਹੈ। ਅੱਜ ਉਸਨੇ ਫਿਰ ਕਿਸਾਨਾਂ ਨੂੰ ਜਿਹੜੀ ਅੰਦੋਲਨ ਦੀ ਸ਼ਾਂਤਮਈ ਜਿਹੜੀ ਆਵਾਜ਼ ਹੈ ਉਹਨੂੰ ਦਬਾਉਣ ਲਈ ਜਿਹੜਾ ਹੈਗਾ ਜ਼ੁਲਮ ਕੀਤਾ, ਧੱਕਾ ਕੀਤਾ, ਅਨਿਆਂ ਕੀਤਾ। ਅਸੀਂ ਉਦੋਂ ਤੱਕ ਬੀਜੇਪੀ ਦੇ ਖਿਲਾਫ ਡਟੇ ਰਹਾਂਗੇ ਜਦੋਂ ਤੱਕ 3 ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਸ਼ਹੀਦ ਹੋਏ ਕਿਸਾਨਾਂ ਨੂੰ ਜਿਹੜਾ ਹੈ ਨਿਆਂ ਨਹੀਂ ਮਿਲਦਾ। ਅਸੀਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਅਗਰ ਇਸ ਦੇਸ਼ ਦੇ ਵਿੱਚ ਨਿਆਂ ਨਾਂ ਦੀ ਕੋਈ ਚੀਜ਼ ਹੈ ਤਾਂ ਉਹ ਜਲਦ ਤੋਂ ਜਲਦ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ। ਬੀਜੇਪੀ ਦੇ ਕਿਸੇ ਵੀ ਧਨਾਢ ਲੀਡਰ ਨਾਲ ਗੱਲ ਕੀਤੀ ਜਾਵੇ, ਉਹਨਾਂ ਦਾ ਇੱਕੋ ਹੀ ਕਹਿਣਾ ਹੁੰਦਾ, ਬਾਰ-ਬਾਰ ਇੱਕੋ ਹੀ ਗੱਲ ਉਹ ਆਖਦੇ ਕਿ ਕਿਸਾਨਾਂ ਦਾ ਮਖੌਟਾ ਪਾ ਕੇ ਕੁਝ ਲੋਕ ਆਪਣਾ ਸਿਆਸੀ ਰੋਟੀਆਂ ਸੇਕ ਰਹੇ, ਸਿਆਸੀ ਲਾਹਾ ਲੈ ਰਹੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਬੀਜੇਪੀ ਹਰ ਵਕਤ ਜਿਹੜੀ ਹੈਗੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨਾਂ ਨੂੰ ਭੰਡਣ ਦੇ ਵਿੱਚ ਜਿਹੜੀ ਤਿਆਰ ਰਹਿੰਦੀ ਹੈ। ਕਦੇ ਉਹਨਾਂ ਨੇ ਇਹਨਾਂ ਨੂੰ ਨਕਸਲਵਾਦੀ ਕਿਹਾ, ਕਦੇ ਆਤੰਕਵਾਦੀ ਕਿਹਾ, ਕਦੇ ਖਾਲਿਸਤਾਨੀ ਕਿਹਾ, ਕਦੇ ਟੁਕੜੇ ਗੈਂਗ ਕਿਹਾ। ਕਦੇ ਜਦੋਂ ਦਿੱਲੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਸੀ ਬਰੂਹਾਂ ਤੇ ਬੈਠ ਕੇ ਦਿੱਲੀ ਦੀਆਂ, ਤੇ ਫਿਰ ਕਹਿੰਦੇ ਸੀ ਕਿਸਾਨ ਘਰੇ ਹੈ। ਹੁਣ ਜਦੋਂ ਘਰੇ ਬੈਠੇ ਕਿਸਾਨ ਆਪਣੇ ਸ਼ਹਿਰਾਂ 'ਚ ਪ੍ਰੋਟੈਸਟ ਕਰ ਰਹੇ ਆ, ਫਿਰ ਕਹਿੰਦੇ ਕਿਸਾਨ ਤਾਂ ਦਿੱਲੀ ਹੈ, ਇਹ ਤਾਂ ਜਿਹੜੇ ਹੈਗੇ ਆ ਨਕਲੀ ਕਿਸਾਨ ਨੇ। ਤੇ ਇਸ ਕਰਕੇ ਸਾਨੂੰ ਉਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿ ਉਹ ਕਿਹਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਦਿੰਦੇ ਨੇ, ਕਿਹਨੂੰ ਦੇਸ਼ਗਦਾਰੀ ਦਾ ਸਰਟੀਫਿਕੇਟ ਦਿੰਦੇ ਨੇ। ਉਹ ਸਾਨੂੰ ਬੀਜੇਪੀ ਤੋਂ ਲੈਣ ਦੀ ਲੋੜ ਨਹੀਂ। ਇਸ ਕਰਕੇ ਬੀਜੇਪੀ ਆਪਣੇ ਪੀੜੇ ਦੇ ਥੱਲੇ ਸੋਟਾ ਫੇਰੇ। ਅੱਜ ਪੂਰੇ ਦੇਸ਼ ਦੇ ਵਿੱਚ, ਅੱਜ ਵਰਲਡ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਬੀਜੇਪੀ ਦੀ ਥੂ ਹੋਈ ਪਈ ਹੈ। ਇਹ ਦੰਗਾ ਸਪੈਸ਼ਲਿਸਟ ਸਰਕਾਰ ਕੁਛ ਦਿਨ ਦੀ ਪ੍ਰਾਹੁਣੀ ਹੈ। ਤੁਸੀਂ ਦੇਖਿਓ ਆਉਣ ਵਾਲਾ ਸਮਾਂ ਜਿਹੜਾ ਉਜਲਾ ਭਵਿੱਖ ਹੋਏਗਾ, ਇੱਥੇ ਰੋਸ਼ਨੀ ਹੋਏਗੀ, ਲੋਕ ਦੇਖ ਸਕਣਗੇ। ਇੱਥੇ ਕਿਸਾਨਾਂ ਨੇ ਸਿਰਫ ਆਪਣੀ ਲੜਾਈ ਲੜਨੀ ਹੈ 3 ਕਾਲੇ ਕਾਨੂੰਨ ਰੱਦ ਕਰਾਉਣ ਦੀ। ਲੇਕਿਨ ਜਦੋਂ ਦੇਸ਼ ਦੇ ਲੋਕ ਕਿਸਾਨਾਂ ਨੂੰ ਸ਼ਾਂਤਮਈ ਲੜਾਈ ਲੜਦੇ ਦੇਖਦੇ ਨੇ, ਕਿਉਂਕਿ ਕਿਸਾਨਾਂ ਦਾ ਇੱਕੋ ਨਾਰਾ ਹੈ, ਜੇ ਅਸੀਂ ਸ਼ਾਂਤਮਈ ਰਹੇ ਤਾਂ ਅਸੀਂ ਜਿੱਤਾਂਗੇ, ਜੇ ਅਸੀਂ ਵਾਇਲੈਂਟ ਹੋਏ ਤਾਂ ਮੋਦੀ ਜਿੱਤੇਗਾ। ਇਸ ਕਰਕੇ ਜੇ ਅਸੀਂ ਇਹ ਨਾਰੇ ਤੇ ਕਾਇਮ ਰਹੇ ਅਸੀਂ ਜਿੱਤਾਂਗੇ। ਪਰ ਜਦੋਂ ਅਸੀਂ ਇਸ ਨਾਰੇ ਤੇ ਕਾਇਮ ਰਹਿ ਕੇ ਸ਼ਾਂਤੀਪੂਰਵਕ ਆਪਣਾ ਪ੍ਰੋਟੈਸਟ ਕਰਦੇ ਹਾਂ, ਫਿਰ ਜਦੋਂ ਮੋਦੀ ਸਰਕਾਰ, ਹੈਂਕੜਬਾਜ਼ ਸਰਕਾਰ, ਤਾਨਾਸ਼ਾਹ ਸਰਕਾਰ ਇਹ ਜਦੋਂ ਕਿਸਾਨਾਂ ਤੇ ਜ਼ੁਲਮ ਢਾਉਂਦੀ ਹੈ, ਅਤਿਆਚਾਰ ਕਰਦੀ ਹੈ, ਫਿਰ ਦੇਸ਼ ਦੇ ਲੋਕ ਇੱਕ ਸਖਤ ਜਿਹੜਾ ਉਹ ਨਿਰਣਾ ਲੈਣਗੇ, ਇੱਕ ਸਖਤ ਬਦਲਾਅ ਲਿਆਣਗੇ। ਇਹ ਦੇਸ਼ ਦੇ ਲੋਕਾਂ ਨੇ ਲੈ ਕੇ ਆਉਣਾ।
ਸਿੱਧੇ ਤੌਰ ਤੇ ਕਹਿ ਸਕਦੇ 2022 ਦੀਆਂ ਚੋਣਾਂ ਵਿੱਚ ਤੁਸੀਂ ਭਾਜਪਾ ਦੇ ਲੀਡਰਾਂ ਦਾ ਡਟ ਕੇ ਵਿਰੋਧ ਕਰਨਾ? ਜੀ ਬਿਲਕੁਲ, ਭਾਜਪਾ ਦਾ ਪੂਰੀ ਤਰ੍ਹਾਂ ਵਿਰੋਧ ਕਰਾਂਗੇ, ਕਿਉਂਕਿ ਜਿਹੜੀ ਸਰਕਾਰ ਦੇਸ਼ ਦੇ ਲੋਕਾਂ ਨੂੰ ਆਪਣਾ ਸਮਝਦੇ ਹੀ ਨਹੀਂ, ਉਹਨਾਂ ਦਾ ਦਰਦ ਨਹੀਂ ਸਮਝ ਰਹੀ। ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਅਸੀਂ ਲੋਕਾਂ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਫਲਾਨੀ ਪਾਰਟੀ ਨੂੰ ਪਾਓ, ਲੇਕਿਨ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬੀਜੇਪੀ ਦਾ ਬਾਈਕਾਟ ਕਰੋ, ਬੀਜੇਪੀ ਦਾ ਇਸ ਦੇਸ਼ 'ਚੋਂ ਸਫਾਇਆ ਕਰੋ, ਨਹੀਂ ਇਹ ਦੇਸ਼ ਖਤਮ ਕਰ ਦੇਣਾ ਹੈ ਬੀਜੇਪੀ ਨੇ। ਇਹ ਸੰਗਠਨ ਹੈ ਜਿਹੜਾ ਸਮੁੱਚੇ ਕਿਸਾਨਾਂ ਵੱਲੋਂ, ਕਿਸਾਨ ਹਮਦਰਦੀਆਂ ਵੱਲੋਂ, ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਜਿਹੜਾ ਇਹ ਕੀਤਾ ਜਾ ਰਿਹਾ। ਇੱਥੇ ਕੋਈ ਵੀ ਪੋਲੀਟਿਕਸ ਬੰਦਾ ਨਹੀਂ, ਨਾ ਕੋਈ ਰਾਜਨੀਤੀ ਕਰਨ ਆਇਆ, ਇਹ ਸਿਰਫ ਕਿਸਾਨੀ ਨੂੰ ਸਮਰਥਕ ਬੰਦੇ ਨੇ, ਕਿਸਾਨੀ ਦਰਦ ਰੱਖਦੇ ਨੇ। ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਰੋਪੜ ਦੀ ਸਮੁੱਚੀ ਟੀਮ ਇੱਥੇ ਹਾਜ਼ਰ ਹੈ ਤੇ ਅਸੀਂ ਬੀਜੇਪੀ ਦੇ ਗੜ੍ਹ ਦੇ ਵਿੱਚ ਅੱਜ ਬੀਜੇਪੀ ਨੂੰ ਚੁਣੌਤੀ ਦੇਣ ਆਏ ਹਾਂ ਕਿ ਹੌਲੀ ਹੌਲੀ सरफरोशी की तमन्ना अब हमारे दिल में है, देखना है जोर कितना बाजुए कातिल में है। ਅੱਜ ਅਸੀਂ ਇਹਨਾਂ ਦੇ ਗੜ੍ਹ ਦੇ ਵਿੱਚ ਆ ਕੇ ਇਹਨਾਂ ਨੂੰ ਇੱਕ ਚੁਣੌਤੀ ਦੇਣ ਜਾ ਰਹੇ ਹਾਂ ਕਿ ਤੁਹਾਡੇ ਅਸੀਂ ਅੱਜ ਘਰ ਦੇ ਵਿੱਚ ਆ ਕੇ ਇੱਥੇ ਵੀ ਕਿਸਾਨੀ ਦੀ ਮਿਸਾਲ ਜਗਾ ਚੁੱਕੇ ਹਾਂ, ਆਪਣੇ ਹੱਕਾਂ ਲਈ ਲੜਨ ਲਈ ਲੋਕਾਂ ਨੂੰ ਪ੍ਰੇਰਿਤ ਕਰ ਚੱਲੇ ਹਾਂ ਇੱਥੇ ਆ ਕੇ। इस मौके पर डॉक्टर संजीव गौतम ने क्या कहा, ये भी सुने। भारत ਦੇ ਵਿੱਚ ਜੋਗੀ ਦੀ ਸਰਕਾਰ ਨੇ ਜਿਹੜੇ ਕਿਸਾਨ ਸ਼ਾਂਤੀਪੂਰਨ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਦੇ ਉੱਤੇ ਕਾਤਲਾਨਾ ਹਮਲਾ ਕੀਤਾ, ਗੱਡੀਆਂ ਚੜਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਾਡੇ ਪੂਰੇ ਭਾਰਤ ਦੇ ਕਿਸਾਨਾਂ ਦੀ ਇੱਕ ਮੰਗ ਹੈ ਕਿ ਦਫਾ 302 ਤੋਂ ਘੱਟ ਨਹੀਂ ਲੱਗਣੀ ਚਾਹੀਦੀ। ਔਰ ਜਿਹੜਾ ਰਾਜ ਦਾ ਮੰਤਰੀ ਹੈ ਜਿਹਦੇ ਲੜਕੇ ਨੇ ਕਾਨੂੰਨੀ ਹਰਕਤ ਕੀਤੀ ਉਹਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ। ਉਹ ਸਰਕਾਰ ਨੂੰ ਉਹਨੂੰ ਬਰਖਾਸਤ ਕਰਕੇ ਔਰ ਉਹਨੂੰ ਇਹੋ ਜਿਹੀ ਸਜ਼ਾ ਹੋਣੀ ਚਾਹੀਦੀ ਤਾਂ ਜੋ ਆਉਣ ਵਾਲੀ ਪੀੜ੍ਹੀ ਦਰ ਪੀੜ੍ਹੀ ਲੋਕ ਯਾਦ ਰੱਖਣ ਜਿਨ੍ਹਾਂ ਲੋਕਾਂ ਨੇ ਕਾਨੂੰਨੀ ਹਰਕਤ ਕੀਤੀ। ਸਾਡੀ ਇੱਕੋ ਇੱਕ ਮੰਗ ਹੈ ਕਿ 302 ਤੋਂ ਘੱਟ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ, ਉਹਨਾਂ ਦਾ ਪਰਚਾ ਜਲਦੀ ਤੋਂ ਜਲਦੀ ਦਰਜ ਹੋਣਾ ਚਾਹੀਦਾ। ਔਰ ਜਿਹੜੇ ਲੋਕ ਅੱਜ ਫ੍ਰੀ ਘੁੰਮ ਰਹੇ ਜਿਨ੍ਹਾਂ ਪਰ ਕੋਈ ਅੱਜ ਕਾਰਵਾਈ ਨਹੀਂ ਹੋ ਰਹੀ ਔਰ ਸ਼ਰਮ ਹੈ ਸਾਡੀ ਲੋਕਾਂ ਨੂੰ, ਉਹਨਾਂ ਜਿਹੜੀ ਜੋਗੀ ਦੀ ਸਰਕਾਰ ਹੈ ਉਹਨੂੰ ਸ਼ਰਮ ਆਉਣੀ ਚਾਹੀਦੀ ਕਿ ਅੱਜ ਸੜਕਾਂ ਦੇ ਉੱਪਰ ਕਿਸਾਨ ਰੁਲ ਰਹੇ ਨੇ ਔਰ ਉਹਨਾਂ ਦੀ ਫਸਲ ਜਿਹੜੀ ਰੁਲ ਰਹੀ ਹੈ ਔਰ ਕੋਈ ਵੀ ਕਿਹੋ ਜਿਹਾ ਕਾਨੂੰਨ ਵਾਪਸ ਨਹੀਂ ਕਰ ਰਹੀ। ਅਸੀਂ ਪੂਰਨ ਤੌਰ ਮੰਗ ਕਰਦੇ ਹਾਂ ਕਿ ਸਾਰੇ ਕਾਲੇ ਕਾਨੂੰਨ ਵਾਪਸ ਲੈ ਜਾਣ। ਧੰਨਵਾਦ। ਸਰ, ਇੱਕ ਲਖੀਮਪੁਰ ਘਟਨਾ ਦੀ ਅੱਜ ਘਰ ਘਰ ਨਿੰਦਾ ਹੋ ਰਹੀ ਕੇਂਦਰ ਸਰਕਾਰ ਦੀ ਲਖੀਮਪੁਰ ਘਟਨਾ ਨੂੰ ਲੈ ਕੇ, ਪਰ ਕੁਝ ਮੋਦੀ ਅੰਧ ਭਗਤਾਂ ਦਾ ਅੱਜ ਵੀ ਇਹ ਬੀਜੇਪੀ ਦੇ ਹਲਕੇ ਦੇ ਲੋਕਾਂ ਦਾ ਮੰਨਣਾ ਹੈ, ਕਹਿਣਾ ਹੈ ਵੀ ਇਹਦੇ ਵਿੱਚ ਬੀਜੇਪੀ ਦਾ ਕੋਈ ਹੱਥ ਨਹੀਂ, ਕਿਸੇ ਮੰਤਰੀ ਦਾ ਕੋਈ ਹੱਥ ਨਹੀਂ, ਸਿਰਫ ਮਖੌਟਾ ਪਾ ਕੇ ਕਿਸਾਨਾਂ ਦਾ ਕੁਝ ਲੋਕ ਸਿਆਸੀ ਰੋਟੀਆਂ ਆਪਣੀਆਂ ਸੇਕ ਰਹੇ। ਸਰ, ਸਿਆਸੀ ਰੋਟੀਆਂ ਸੇਕਣ ਵਾਸਤੇ ਬਹੁਤ ਮੁੱਦੇ ਹੋਰ ਨੇ, ਪਰ ਅੱਜ ਜਿਹੜੀਆਂ ਉੱਥੇ ਨੌਜਵਾਨਾਂ ਦੀਆਂ ਲਾਸ਼ਾਂ, ਜਿਹੜੇ ਨੌਜਵਾਨ ਪਰਿਵਾਰਾਂ ਦੇ ਨੌਜਵਾਨ ਸਾਥੀਆਂ ਨੂੰ ਉੱਥੇ ਮਾਰ ਦਿੱਤਾ ਗਿਆ, ਇਹਦੇ ਪਰ ਕੋਈ ਰਾਜਨੀਤੀ ਨਹੀਂ ਕਰਦਾ, ਨਾ ਰਾਜਨੀਤੀ ਕਰਨ ਦਾ ਮੰਜ਼ਰ ਹੈ। ਸ਼ਰਮ ਆਉਣੀ ਚਾਹੀਦੀ ਉਹਨਾਂ ਮੋਦੀ ਦੇ ਭਗਤਾਂ ਨੂੰ ਜਿਹੜੀ ਇਹ ਗੱਲ ਕਰਦੇ ਨੇ। ਉਹ ਕਿਸਾਨਾਂ ਨੂੰ ਦੇਸ਼ ਦਰੋਹੀ ਕਹਿੰਦੇ ਨੇ, ਪਰ ਅਸੀਂ ਕਹਿੰਦੇ ਆ ਉਹ ਲੋਕ ਦੇਸ਼ ਦਰੋਹੀ ਨੇ ਜਿਹੜੇ ਮੋਦੀ ਦੇ ਭਗਤ ਨੇ, ਜਿਹੜੇ ਕਿਸਾਨਾਂ ਦੇ ਉੱਤੇ ਜ਼ੁਲਮ ਲਾਉਂਦੇ। ਸਰ, ਉਹਨਾਂ ਦਾ ਇਹ ਵੀ ਮੰਨਣਾ ਹੈ ਵੀ ਜੋ ਹਾਦਸੇ ਵਿੱਚ ਜ਼ਖਮੀ ਹੋਏ ਉਹਨਾਂ ਵਿੱਚ ਬੀਜੇਪੀ ਨਾਲ ਸੰਬੰਧਿਤ ਲੋਕ ਵੀ ਥੇ ਤੇ ਯੂਪੀ ਸਰਕਾਰ ਵੱਲੋਂ ਉਹਨਾਂ ਨੂੰ 45 ਲੱਖ ਰੁਪਇਆ ਮੁਆਵਜ਼ਾ ਦੇਣ ਦੀ ਗੱਲ ਵੀ ਕੀਤੀ ਗਈ। ਸਰ, ਜਾਨ ਚਾਹੇ ਕਿਸੇ ਦੀ ਵੀ ਹੋਏ, ਚਾਹੇ ਬੀਜੇਪੀ ਦੇ ਬੰਦੇ ਦੀ ਹੋਏ, ਚਾਹੇ ਕਿਸਾਨ ਦੀ ਹੋਏ, ਚਾਹੇ ਕਾਂਗਰਸ ਦੀ, ਚਾਹੇ ਕੋਈ ਵੀ ਹੋਏ, ਜਾਨ ਦੀ ਮੁੱਲ ਤਾਂ ਜਾਨ ਹੈ। ਔਰ ਸਾਰੇ ਜਿੰਨੀਆਂ ਵੀ ਜਾਨਾਂ ਗਈਆਂ ਸਾਰੀਆਂ ਦਾ ਕਾਰਨ ਉੱਥੋਂ ਦਾ ਜਿਹੜਾ ਇੱਕ ਮੰਤਰੀ, ਇਸ ਮੰਤਰੀ ਦੇ ਲੜਕਾ ਹੈ। ਅਗਰ ਉਹ ਗੱਡੀ ਨਾ ਚਲਾਉਂਦਾ ਤਾਂ ਕਿਸੇ ਦੀ ਮੌਤ ਨਹੀਂ ਹੋਣੀ ਸੀ। ਜਿਹੜੀ ਉਹਨਾਂ ਨੇ ਇੱਕ ਨਿਹੱਥੇ ਅਤੇ ਨਰਮ ਢੰਗ ਦੇ ਨਾਲ ਜਿਹੜੇ ਇੱਕ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਕਿਸਾਨਾਂ ਦੇ ਉੱਪਰ, ਜਦੋਂ ਗੱਡੀ ਚੜਾਈ ਸਾਰੀਆਂ ਮੌਤਾਂ ਉਸ ਗੱਡੀ ਦੇ ਕਾਰਨ ਤੋਂ ਹੋਈਆਂ। ਸੋ ਇਸ ਕਰਕੇ ਕਿਸੇ ਦਾ ਨਹੀਂ, ਉਸ ਇਕੱਲੇ ਵਿਅਕਤੀ ਦਾ ਕਸੂਰ ਹੈ। ਉਹਦੇ ਨਾਲ ਜਿਹੜੇ ਬਾਕੀ ਲੋਕ ਸੀ ਉਹਨਾਂ ਸਾਰਿਆਂ ਨੂੰ ਸਾਡੀ ਬਾਰ-ਬਾਰ ਇੱਕੋ ਹੀ ਮੰਗ ਹੈ ਕਿ ਧਾਰਾ 302 ਦੀ ਤਹਿਤ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ। ਸਰ, ਤੁਸੀਂ ਅੱਜ ਆਪਣਾ ਕੈਂਡਲ ਮਾਰਚ ਕਰ ਰਹੇ, ਰੋਸ ਮਾਰਚ, ਇਹ ਤੁਹਾਡਾ ਕਦੋਂ ਤੱਕ ਜਾਰੀ ਰਹੇਗਾ? ਸਾਰੇ ਸਾਡਾ ਜਾਰੀ ਉਦੋਂ ਤੱਕ ਰਹੇਗਾ ਜਦੋਂ ਸਾਡੀ ਸਾਰੇ ਕਿਸਾਨਾਂ ਦਾ ਜਿਹੜਾ ਕਾਨੂੰਨ ਵਾਪਸ ਨਹੀਂ ਹੋ ਜਾਂਦਾ, ਜਦੋਂ ਤੱਕ ਸਾਰੇ ਕਿਸਾਨ ਆਪਣੀਆਂ ਮੰਗਾਂ ਨੂੰ ਵਾਪਸ ਸੈਂਟਰ ਤੋਂ ਨਹੀਂ ਕਰਵਾ ਲੈਂਦੇ, ਉਦੋਂ ਤੱਕ ਅਸੀਂ ਕਿਸਾਨਾਂ ਦੇ ਨਾਲ ਖੜਾ। ਸਾਡਾ ਪਾਰਟੀ ਦਾ ਕੋਈ ਮਤਲਬ ਨਹੀਂ ਹੈ, ਅਸੀਂ ਹਰ ਵਕਤ ਕਿਸਾਨਾਂ ਦੇ ਨਾਲ ਖੜੇ। ਤੇ ਅੱਜ ਤੁਸੀਂ ਨੰਗਲ ਬੱਸ ਸਟੈਂਡ ਤੇ ਬਾਹਰ ਤੋਂ ਇਹ ਆਪਣਾ ਮਾਰਚ ਸ਼ੁਰੂ ਕੀਤਾ। ਨੰਗਲ ਸ਼ਹਿਰ 'ਚ ਕਿੱਥੇ ਤੁਸੀਂ ਇਹ ਮਾਰਚ ਆਪਣਾ ਲੈ ਕੇ ਜਾ ਰਹੇ ਹੋ? ਸਰ, ਅਸੀਂ ਇੱਥੇ ਬੱਸ ਸਟੈਂਡ ਤੋਂ ਲੱਗ ਕੇ ਅੱਡਾ ਮਾਰਕੀਟ ਤੱਕ ਔਰ ਜਿੱਥੇ ਬਾਜ਼ਾਰ ਆ ਅਸੀਂ ਉਹਨਾਂ ਵਿੱਚ ਮਾਰਚ ਕਰਾਂਗੇ। ਠੀਕ ਹੈ। सिटी हलचल के लिए नंगल से करण चोपड़ा की रिपोर्ट।